ਅੱਜ ਦੀ ਵਿਚਾਰ ਦੀ ਆਰੰਭਤਾ ਕਰੀਏ ਜੀ। ਫਤਿਹ ਦੀ ਸਾਂਝ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇੱਕ ਖਾਸ ਪ੍ਰੋਗਰਾਮ ਇਕੱਠ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਕਰ ਰਹੇ ਹਾਂ। ਔਰ ਕੁਝ ਗੱਲਾਂ ਐਸੀਆਂ ਨੇ ਕਿ ਜੋ ਆਦਿ ਬੀੜ ਬਾਰੇ ਜਾਂ ਬਾਬਾ ਬੁੱਢਾ ਜੀ ਨੂੰ ਪਹਿਲਾਂ ਗ੍ਰੰਥੀ ਥਾਪਣ ਬਾਰੇ ਜਾਂ ਹੋਰ ਕਿੰਨੇ ਰਚਨਾ ਕੀਤੀ, ਕਈ ਚੀਜ਼ਾਂ ਅਸੀਂ ਆਮ ਜਿਹੜੀਆਂ ਜਦੋਂ ਪੁਰਬ ਮਨਾਇਆ ਜਾਂਦਾ ਤੇ ਕਥਾਕਾਰ ਜਾਂ ਹੋਰ ਰਾਗੀ ਸਾਹਿਬਾਨ ਜਾਂ ਇਹ ਗੱਲਾਂ ਦੱਸਦੇ ਨੇ, ਅਤੇ ਉਸ ਤੋਂ ਕੁਝ ਹੋਰ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ। ਮੇਰੇ ਜੋ ਸਮਝ ਆ ਰਹੀ ਹੈ ਅਤੇ ਮੈਂ ਉਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਔਰ ਬਾਣੀ ਬਾਰੇ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ। ਕਬੀਰ ਸਾਹਿਬ ਕਹਿੰਦੇ ਨੇ 70 ਸੋਏ ਸਲਾਰ ਹੈ ਜਾ ਕੇ, 1.25 लाख पे काबर ताकै, सेक जो कहिए कोट 88, छपस कोट जाके खेल खासी। ਇਹ ਸਾਰਾ ਸ਼ਬਦ ਹੈ। ਇਹਦੇ ਵਿੱਚ ਜਿਹੜੀ ਕਹਿੰਦੇ ਨੇ 70 ਸੋਏ ਸਲਾਰ ਹੈ ਜਾ ਕੇ, ਜੋ ਅੱਲਾ ਦੀ ਔਰ ਰੱਬ ਦੀ ਜਿਹੜੀ ਇੱਕ ਪਿਕਚਰ ਬਣਾ ਕੇ ਰੱਖੀ ਹੋਈ ਹੈ ਨਾ ਦੁਨੀਆ ਦੇ ਵਿੱਚ, ਕਿ ਉਹਦੇ 70,000 ਸਲਾਹਕਾਰ ਨੇ ਉਹਦੇ, ਔਰ ਉਹਦੇ ਆਸ-ਪਾਸ ਜਿਹੜਾ ਪੈਗੰਬਰ 1.25 ਲੱਖ ਜਿਹੜੇ ਨੇ ਪੈਗੰਬਰ ਬੈਠੇ ਨੇ। ਬੜਾ ਉੱਚਾ ਸਿੰਘਾਸਨ 'ਤੇ ਬੈਠਾ ਹੋਇਆ ਉਹ ਰੱਬ, ਔਰ 88 ਕਰੋੜ ਜਿਹੜੇ ਨੇ ਉਹ ਉਹਦੇ ਸ਼ੇਖ ਜਿਹੜੇ ਨੇ ਅੱਗੇ ਅੱਗੇ ਬੈਠੇ ਨੇ ਉਹਦੇ, ਇੰਨੇ ਵੱਡਾ ਮਹਿਲ ਉਹਦਾ। ਔਰ ਕਿੰਨੇ ਹੀ ਪਤਾ ਨਹੀਂ 56 ਕਰੋੜ ਜਿਹੜੇ ਨੇ ਉਹਦੇ ਉਹ ਖੇਲ ਖਾਸੀ ਜਿਹੜੇ ਉਹਨੇ ਜੋ ਸੇਵਾਦਾਰ ਨੇ ਜਿਹੜੇ। ਇੰਨਾ ਵੱਡਾ ਮਹਿਲ, ਇੰਨਾ ਵੱਡਾ ਉਹ ਉੱਚੇ ਸਿੰਘਾਸਨ 'ਤੇ ਬੈਠਾ। ਉਹ ਸਾਰੀ ਪਿਕਚਰ ਕਬੀਰ ਸਾਹਿਬ ਉਸਨੂੰ ਬਿਆਨ ਕਰਦੇ ਨੇ ਕਿ 70 ਸੋਏ ਸਲਾਰ ਹੈ ਜਾ ਕੇ, 1.25 लाख पैगंबर ताके, सेख जो कहिए कोट 88, 56 कोट जाके खेल गाजी, मोह गरीब की कौन गुजरावे, ਮਜਲਸ ਦੂਰ ਮਹਿਲ ਨਾ ਪਾਵੇ। ਕਹਿੰਦਾ ਇੰਨੇ ਵੱਡੇ ਮਹਿਲ ਦੇ ਵਿੱਚ ਇੰਨੇ ਵੱਡੇ ਜਦ ਖੇਨ ਖਾਵੇ, ਕਹਿੰਦਾ ਮੈਨੂੰ ਗਰੀਬ ਨੂੰ ਕਿੱਥੇ ਕਿੰਨੇ ਪੁੱਛਣਾ, ਮੇਰੀ ਤਾਂ ਪਹੁੰਚ ਹੀ ਨਹੀਂ ਹੈਗੀ ਉੱਥੇ ਤੱਕ, ਮੈਂ ਤਾਂ ਪਹੁੰਚ ਹੀ ਨਹੀਂ ਸਕਦਾ। ਇੰਨੇ ਸ਼ੇਖ, ਇੰਨੇ ਵੱਡੇ ਵੱਡੇ ਖਲੀਫੇ ਔਰ ਇੰਨੇ ਵੱਡੇ ਉੱਚੇ ਪਤਾ ਨਹੀਂ ਕਿਹੜੇ ਮਹਿਲ ਦੇ ਕਿਹੜੇ ਉੱਚੇ ਸਿੰਘਾਸਨ 'ਤੇ ਉਹ ਰੱਬ ਬੈਠਾ, ਮੈਂ ਤਾਂ ਉੱਥੇ ਪਹੁੰਚ ਨਹੀਂ ਸਕਦਾ, ਮੇਰੇ ਗਰੀਬ। ਸੋ ਇਹ ਜਿਹੜੀ ਪਿਕਚਰ, ਇਹ ਜਿਹੜਾ ਇੱਕ ਸੀਨ ਬਣਾ ਕੇ ਰੱਬ ਨੂੰ, ਅੱਲਾ ਨੂੰ ਜਾਂ ਕਿਸੇ ਵੀ ਉਸ ਨੂੰ ਪੇਸ਼ ਕੀਤਾ ਗਿਆ ਸੀ ਧਾਰਮਿਕ ਪੁਜਾਰੀਆਂ ਵੱਲੋਂ, ਇਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਤੋੜਿਆ ਕਿ ਹਰ ਇੱਕ ਇਨਸਾਨ, ਆਮ ਬੰਦਾ ਉਸ ਰੱਬ ਤੱਕ ਪਹੁੰਚ ਕਰ ਸਕਦਾ। ਇਹ ਸਭ ਤੋਂ ਵੱਡੀ ਦੇਣ ਹੈ ਕਿ ਉਹ ਅਕਾਲ ਪੁਰਖ, ਕਰਤਾ ਪੁਰਖ, ਉਹ ਕਿਤੇ ਬਾਹਰ ਨਹੀਂ ਹੈਗਾ, ਤੇਰੇ ਅੰਦਰ ਹੈ, ਤੇਰੇ ਵਿੱਚ ਹੈ, ਤੇਰੇ ਹਰ ਕਣ ਕਣ ਦੇ ਵਿੱਚ ਵਿਆਪਕ ਹੈ। ਇਹ ਸਭ ਤੋਂ ਵੱਡੀ ਦੇਣ ਸੀ। ਕਈ ਵਾਰੀ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਬਈ ਸਾਰਿਆਂ ਨੇ ਇੱਕ ਰੱਬ ਦੀ ਗੱਲ ਕੀਤੀ ਹੈ, ਜਿੰਨੇ ਵੀ ਮਹਾਂਪੁਰਖ ਹੋਏ ਨੇ ਜਾਂ ਗ੍ਰੰਥ ਹੋਏ ਨੇ, ਸਾਰਿਆਂ ਨੇ ਇੱਕ ਰੱਬ ਦੀ ਗੱਲ ਕੀਤੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਵੱਖਰੀ ਗੱਲ ਕਿਹੜੀ ਕੀਤੀ? ਵੱਖਰੀ ਗੱਲ ਇਹੀ ਕੀਤੀ ਹੈ, ਰੱਬ ਦੀ ਗੱਲ ਕਈਆਂ ਨੇ, ਸਾਰਿਆਂ ਨੇ ਚਲੋ ਇੱਕ ਦੀ ਗੱਲ, ਇੱਕ ਰੱਬ ਦੀ ਗੱਲ ਕੀਤੀ ਹੈ, ਲੇਕਿਨ ਉਹ ਰੱਬ ਨੂੰ ਕਿਸੇ ਖਾਸ ਜਗ੍ਹਾ 'ਤੇ, ਕਿਸੇ ਖਾਸ ਸਥਾਨ 'ਤੇ ਜਾ ਕੇ ਬਿਠਾਇਆ ਹੋਇਆ, 7ਵੇਂ ਅਸਮਾਨ 'ਤੇ ਜਾਂ ਕਿਸੇ ਪਤਾਲਾ ਦੇ ਵਿੱਚ। ਕਣ ਕਣ ਦੇ ਵਿੱਚ ਜਿਹੜੀ ਵਿਆਪਕਤਾ ਜਿਹੜੀ ਹੈ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਇਹ ਜਿਹੜੀ ਚੀਜ਼ ਹੈ ਨਾ, ਇਹ ਗੁਰੂ ਨਾਨਕ ਸਾਹਿਬ ਦੀ ਨਵੇਕਲੀ ਦੇਣ ਸੀ, ਜੋ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਾਨੂੰ ਮਿਲਦੀ ਹੈ। ਔਰ ਹੋਰ ਇਸ ਤੋਂ ਵਿਲੱਖਣ ਜਿਹੜੀ ਗੱਲ ਹੈ, ਜਿਤਨਾ ਵੀ ਅਸੀਂ ਖੂਬਸੂਰਤੀ ਹੈ ਨਾ ਦੁਨੀਆ ਦੀ, ਜੋ ਸਾਨੂੰ ਮਤਲਬ ਪਸੰਦ ਹੈ, ਜੋ ਸਾਨੂੰ ਭਾਉਂਦੀ ਹੈ, ਜਾਂ ਦੁਨੀਆ ਦੇ ਵਿੱਚ ਇੱਕ ਰਹਿਣ ਦਾ ਸਾਨੂੰ ਜਿਹੜਾ ਚਾਅ ਚੜ੍ਹਿਆ ਹੋਇਆ ਥੋੜ੍ਹਾ ਜਿਹਾ, ਉਹ ਚਾਅ ਦਾ ਜਿਹੜਾ ਪਿੱਛੇ ਇੱਕ ਸਭ ਤੋਂ ਵੱਡਾ ਕੰਮ ਹੈ, ਜਿਹੜੀ ਚੀਜ਼ ਕੰਮ ਕਰਦੀ ਹੈ ਨਾ, ਉਹ ਹੈ ਵੈਰਾਈਟੀ। ਕਦੀ ਵੀ ਅਸੀਂ ਇੱਕੋ ਜਿਹਾ ਭੋਜਨ ਨਹੀਂ ਖਾ ਸਕਦੇ। ਅਸੀਂ 2 ਦਿਨ 4 ਦਿਨ ਖਾਣਾ ਪੈ ਜਾਏ ਨਾ ਸਾਨੂੰ, ਅਸੀਂ ਉਸ ਤੋਂ ਵੱਧ ਨਹੀਂ ਖਾ ਸਕਦੇ। ਕਹਿੰਦੇ ਯਾਰ ਰੋਜ਼ ਹੀ ਚਾਹੇ ਕਿੰਨਾ ਵੱਧ ਸਵਾਦਲਾ ਹੋਏ, ਸਾਨੂੰ ਵੈਰਾਈਟੀ ਚਾਹੀਦੀ ਹੈ, ਨਵਾਂ ਨਵੇਕਲਾ ਨਵੀਂ ਸਵਾਦ ਚਾਹੀਦਾ, ਨਵਾਂ ਭੋਜਨ ਚਾਹੀਦਾ ਨਾ। ਅਸੀਂ ਰੋਜ਼ ਹਮੇਸ਼ਾ ਇੱਕੋ ਜਿਹੇ ਕੱਪੜੇ ਪਾ ਸਕਦੇ ਹਾਂ ਨਾ, ਇੱਕੋ ਜਗ੍ਹਾ 'ਤੇ ਜਾ ਸਕਦੇ। ਘੁੰਮਣ ਦੀ ਜਗ੍ਹਾ ਕਿੰਨੀ ਖੂਬਸੂਰਤ ਜਗ੍ਹਾ ਹੋਏ, ਇੱਕ ਵਾਰੀ 2 ਵਾਰੀ ਜਾਓਗੇ ਨਾ, ਤੀਜੀ ਵਾਰੀ ਜਾਓਗੇ ਕਿ ਯਾਰ ਉੱਥੇ ਹੀ ਕੋਈ ਨਵੀਂ ਜਗ੍ਹਾ ਦੇਖੀਏ।
ਕਿੰਨੀ ਹੀ ਖੂਬਸੂਰਤੀ ਹੋਏ, ਚਾਹੇ ਉੱਥੇ ਦੁਨੀਆ ਭਰ ਦੇ ਉੱਥੇ ਲੋਕੀ ਉੱਥੇ ਆਉਂਦੇ ਹੋਣ, ਵਿਜ਼ਿਟਰ ਆਉਂਦੇ ਹੋਣ। ਔਰ ਸਾਰੀ ਜਿਤਨੀ ਚਾਹੇ ਉਹ ਬਾਗ ਹੈ, ਇੱਕੋ ਜਿਹੇ ਫੁੱਲ ਸਾਨੂੰ ਉਹਨੇ ਜਿਤਨੀ ਵੈਰਾਈਟੀ ਫੁੱਲਾਂ ਦੀ ਹੋਏਗੀ ਨਾ, ਉੱਥੇ ਜ਼ਿਆਦਾ ਲੋਕੀ ਜਾਂਦੇ ਨੇ, ਉੱਥੇ ਜ਼ਿਆਦਾ ਲੋਕੀ ਖੁਸ਼ੀ ਮਿਲਦੀ ਹੈ ਕਿ ਅਲੱਗ-ਅਲੱਗ ਖੁਸ਼ਬੂ, ਅਲੱਗ-ਅਲੱਗ ਰੰਗ, ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਮਿਲਦੇ ਹਨ। ਸੋ ਜਿਤਨੀ ਵੈਰਾਈਟੀ ਹੈ, ਕੱਪੜੇ ਦੀ ਦੁਕਾਨ 'ਤੇ ਜਾਓ, ਪਹਿਲੇ ਤਾਂ ਜਾ ਕੇ ਕਹਿੰਦੇ ਆ ਦੀ ਕਿਹੜੇ ਕਿਹੜੇ ਰੰਗ ਨੇ, ਸਾਰੇ ਰੰਗ ਦਿਖਾਓ, ਕਿਹੜੇ ਕਿਹੜੇ ਡਿਜ਼ਾਈਨ ਨੇ। ਜਿਤਨੀ ਵੈਰਾਈਟੀ ਆਫ ਉਹ ਕੱਪੜਾ ਜਦੋਂ ਕੋਲ ਦੁਕਾਨਦਾਰ ਕੋਲ ਹੋਏਗਾ ਨਾ, ਉਨੀ ਉਹਦੀ ਦੁਕਾਨ ਜ਼ਿਆਦਾ ਚੱਲਦੀ ਹੈ। ਉਹ ਹਰ ਇੱਕ ਬੰਦਾ ਹੀ ਚਾਹੁੰਦਾ ਕਿ ਮੇਰੇ ਕੋਲ ਵੱਧ ਤੋਂ ਵੱਧ ਵੈਰਾਈਟੀ ਹੋਏ। ਦੁਨੀਆ ਦੇ ਵਿੱਚ ਅਗਰ ਟੋਟਲ ਗਿਣਤੀ ਕਰੀਏ ਤਾਂ 4000 ਤੋਂ ਵੀ ਵੱਧ ਜਿਹੜੇ ਧਰਮ ਮੰਨੇ ਜਾਂਦੇ ਨੇ, ਔਰ ਤਕਰੀਬਨ ਸਾਰਿਆਂ ਦਾ ਹੀ ਕੋਈ ਨਾ ਕੋਈ ਇੱਕ ਕਿਤਾਬ, ਕੋਈ ਪੁਸਤਕ, ਕੋਈ ਗ੍ਰੰਥ ਸਭ ਨੇ ਰੱਖਿਆ ਹੋਇਆ। ਕੇਵਲ ਤੇ ਕੇਵਲ 4000 ਤੋਂ ਵੀ ਵੱਧ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਗ੍ਰੰਥ ਜਿਹਦੇ 'ਚ 35 ਮਹਾਂਪੁਰਖ ਵੱਖਰੇ ਵੱਖਰੇ ਸਥਾਨਾਂ ਤੋਂ, ਵੱਖਰੇ ਵੱਖਰੇ ਰੂਪ, ਵੱਖਰੇ ਵੱਖਰੇ ਰੰਗ, ਵੱਖਰੀ ਵੱਖਰੀ ਵੇਸ਼ਭੂਸ਼ਾ, ਵੱਖਰੀ ਵੱਖਰੀ ਬੋਲੀ, ਉੱਥੋਂ ਦੀ ਵੱਖਰਾ ਵੱਖਰਾ ਸਮਾਂ, ਉਹਦੇ ਲਿਆ ਕੇ ਉੱਥੇ ਇੱਕੋ ਜਗ੍ਹਾ 'ਤੇ ਬਿਠਾਏ ਨੇ। ਇੱਕੋ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਪੂਰੀ ਦੁਨੀਆ ਦੇ ਵਿੱਚ ਹੈ। ਸੋ ਇਹ ਵਿਲੱਖਣ ਗੱਲਾਂ ਕੁਛ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਸੀ। ਔਰ ਸਭ ਤੋਂ ਵੱਡੀ ਗੱਲ, ਹਰ ਇੱਕ ਗ੍ਰੰਥ ਦੇ ਵਿੱਚ ਰੱਬ ਦਾ ਇੱਕ ਕੋਈ ਖਾਸ ਨਾਮ ਵੀ ਦਿੱਤਾ ਹੈ, ਕਿਸੇ ਨੇ ਕਿਸੇ ਨਾਮ ਨਾਲ। ਔਰ ਜਿਤਨੇ ਵੀ ਇਹ ਮਹਾਂਪੁਰਖ ਹੋਏ ਨੇ, ਉਹਨਾਂ ਨੇ ਵੀ ਆਪਣੇ ਆਪਣੇ ਨਾਂ ਦਿੱਤੇ ਨੇ। ਕਿਸੇ ਨੇ ਉਹਨੂੰ ਰਾਮ ਕਿਹਾ, ਕਿਸੇ ਨੇ ਰਹੀਮ ਕਿਹਾ, ਕਿਸੇ ਨੇ ਕਰੀਮ ਕਿਹਾ, ਕਿਸੇ ਨੇ ਨਿਰੰਜਨ ਕਿਹਾ, ਕਿਸੇ ਨੇ ਅਲਖ ਕਿਹਾ, ਕਿਸੇ ਨੇ ਬੀਠਲ ਕਹਿ ਦਿੱਤਾ, ਗੋਬਿੰਦ ਕਹਿ ਦਿੱਤਾ, ਹਰੀ ਕਹਿ ਦਿੱਤਾ। ਉਹ ਸਾਰੇ ਨਾਮਾਂ ਨਾਲ ਵੀ ਕੋਈ ਪਰਹੇਜ਼ ਨਹੀਂ, ਉਹ ਸਾਰੇ ਨਾਮ ਵੀ ਵਿੱਚ ਸ਼ਾਮਲ ਕੀਤੇ, ਕਿਉਂਕਿ ਦਾਲ ਹੀ ਕਹਿੰਦਾ ਭਲੇ ਹਾਰੇ ਜਾਓ ਜਿੱਤੇ ਤੇਰੇ ਨਾਮ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਨਾਮ ਤੇ ਕੋਈ ਵੀ, ਜਿਸ ਤਰ੍ਹਾਂ ਅਸੀਂ ਕੋਈ ਕਿਸਾਨੀ ਕਰਦਾ ਤੇ ਅਸੀਂ ਉਹਨੂੰ ਕੋਈ ਦੂਰੋਂ ਆਉਂਦਾ, ਅਸੀਂ ਕਹਿੰਦੇ ਹਾਂ ਕਿਸਾਨ ਆ ਰਿਹਾ। ਹੁਣ ਉਹਦਾ ਨਾਮ ਕਿਸਾਨ ਨਹੀਂ ਹੈ, ਉਹਦਾ ਕਿੱਤਾ ਕਿਸਾਨ ਹੈ ਨਾ। ਕੋਈ ਸੋਨੇ ਦਾ ਕੰਮ ਕਰਦਾ, ਅਸੀਂ ਕਹਿੰਦੇ ਹਾਂ ਸੁਨਿਆਰਾ ਹੈ। ਹੁਣ ਸੁਨਿਆਰਾ ਉਹਦਾ ਨਾਂ ਥੋੜ੍ਹਾ ਹੈਗਾ, ਉਹਦਾ ਨਾਂ ਤਾਂ ਕੁਛ ਵੀ ਹੋ ਸਕਦਾ, ਕੋਈ ਹੋਰ ਵੀ ਨਾਂ ਹੋ ਸਕਦਾ। ਉਹਦਾ ਕੰਮ ਹੈ, ਉਹਦਾ ਕਿੱਤਾ ਸੁਨਿਆਰਾ ਹੈ। ਸੋ ਗੁਰੂ ਸਾਹਿਬ ਨੇ ਇਹ ਕੀਤਾ ਕਿ ਜਿਤਨੇ ਨਾਮ ਕਿਰਤ ਦੇ ਹੈਗੇ ਨੇ, ਉਹ ਨਾਮ ਕਿਰਤ ਨਾਲ ਸੰਬੰਧਿਤ ਨੇ, ਨਾ ਕਿ ਉਸ ਅਕਾਲ ਪੁਰਖ ਦਾ ਤੇ ਆਪਣਾ ਕੋਈ ਨਾਮ ਹੀ ਨਹੀਂ ਹੈ। ਜਿਹੜੀ ਉਹਨੂੰ ਕਿਰਤ ਨੂੰ, ਕਿਸੇ ਨੂੰ ਉਹਦੀ ਕਿਰਤ ਅੱਛੀ ਲੱਗੀ, ਉਹਦਾ ਉਹਦੇ 'ਚ ਕੋਈ ਗੁਣ ਨਜ਼ਰ ਆਇਆ, ਉਹਨੇ ਉਸ ਤਰ੍ਹਾਂ ਦਾ ਨਾਮ ਰੱਖ ਦਿੱਤਾ। ਇਸ ਕਰਕੇ ਗੁਰਬਾਣੀ ਦੇ ਵਿੱਚ ਕਿਸੇ ਵੀ ਨਾਮ ਦੇ ਨਾਲ ਜਿਹੜਾ ਹੈ ਉਹ ਪਰਹੇਜ਼ ਨਹੀਂ ਹੋਇਆ। ਔਰ ਅੱਜ ਇੱਕ ਬੰਦਾ ਜਿਹੜਾ ਨਾ, ਇੱਕ ਧਰਮ ਦੂਜੇ ਨੂੰ ਕਹਿੰਦਾ ਤੂੰ ਇਹ ਮੇਰਾ ਨਾਮ ਲੈ, ਤੂੰ ਕਹਿ ਸ਼੍ਰੀ ਰਾਮ ਬੋਲ ਜਾਂ ਸ਼੍ਰੀ ਰਾਮ, ਨਹੀਂ ਤੇ ਡਾਂਗਾ ਮਾਰਾਂਗੇ। ਦੂਜਾ ਕਹਿੰਦਾ ਬੰਦੂਕ ਕਨਪਟੀ ਰੱਖਦਾ, ਕਹਿੰਦਾ ਅੱਲਾ ਬੋਲ। ਕਿੰਨਾ ਖੂਨ ਖਰਾਬਾ ਦੁਨੀਆ 'ਚ, ਕਿ ਤੂੰ ਇਹ ਬੋਲੇਂਗਾ ਤੇ ਤਾਂ ਤੂੰ ਮੇਰੇ ਧਰਮ ਜਾਂ ਤੂੰ ਮੇਰੇ ਵਰਗਾ ਹੋਏਗਾ। ਅੱਲਾ ਵੀ ਨਾਮ ਮਿਲਦਾ, ਕਰੀਮ ਨਾਮ ਮਿਲਦਾ, ਰਹੀਮ ਨਾਮ ਮਿਲਦਾ, ਹਰੀ, ਕੋਈ ਨਾਮ ਦੇ ਨਾਲ ਪਰਹੇਜ਼ ਹੀ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਦੇ ਵਿੱਚੋਂ ਕੱਢਣਾ ਸੀ ਨਾ, ਜੋ ਕੱਢਿਆ ਗੁਰੂ ਸਾਹਿਬ ਨੇ, ਇਹ ਬੜੀ ਵੱਡੀ ਗੁਰੂ ਸਾਹਿਬ ਦੀ ਬਾਣੀ ਰਾਹੀਂ ਦੇਣ ਹੈ ਸਾਨੂੰ, ਪੂਰੀ ਦੁਨੀਆ ਨੂੰ। ਅੱਜ ਕੋਈ ਬੰਦਾ ਕਿਤੇ ਜਾ ਰਿਹਾ ਹੋਏ ਨਾ, ਮਤਲਬ ਕੋਈ ਪਤਾ ਲੱਗੇ ਗੋਆ ਜਾ ਰਿਹਾ, ਜਾਂ ਅਸੀਂ ਆਪ ਹੀ ਘਰ 'ਚ ਜਾ ਰਹੀਏ, ਤੇ ਸਾਡੇ ਦਿਮਾਗ 'ਚ ਪਹਿਲਾਂ ਹੀ ਜਾਂਦਾ ਕਿ ਗੋਆ ਜਾ ਰਹੇ ਹਾਂ ਤੇ ਕੀ ਲੈ ਕੇ ਆਉਣਾ। ਉੱਥੇ ਕਾਜੂ ਬੜੇ ਮਸ਼ਹੂਰ ਨੇ, ਕਾਜੂ ਲੈ ਕੇ ਆਵਾਂਗੇ, ਜਾਂ ਫਲਾਣੀ ਚੀਜ਼, ਕੋਈ ਚੀਜ਼ ਉਹਨੂੰ ਧਿਆਨ 'ਚ ਹੁੰਦੀ ਕਿ ਇਹ ਚੀਜ਼ ਲੈ ਕੇ ਆਉਣੀ ਹੈ। ਜੇ ਕਸ਼ਮੀਰ ਕੋਈ ਜਾਂਦਾ ਤਾਂ ਉੱਥੇ ਕਹਿੰਦਾ ਉੱਥੇ ਤਾਂ ਕੇਸਰ ਬੜਾ ਮਸ਼ਹੂਰ ਹੋ ਗਿਆ, ਕਹਿੰਦਾ ਥੋੜ੍ਹਾ ਜਿਹਾ ਸਾਡੇ ਪਾਸੇ ਕੇਸਰ ਲੈਣਾ ਹੈ, ਕੇਸਰ ਵਧੀਆ ਮਿਲਦਾ ਉੱਥੇ। ਜਾਂ ਕੋਈ ਸਾਊਥ 'ਚ ਜਾਂਦਾ, ਕੇਰਲ 'ਚ, ਉਹ ਸੋਚ ਕੇ ਜਾਂਦਾ ਕਿ ਜਾਵਾਂਗਾ ਤੇ ਮਸਾਲੇ ਲੈ ਕੇ ਆਵਾਂਗਾ, ਉੱਥੇ ਮਸਾਲੇ ਸਾਊਥ ਦੇ ਬੜੇ ਵਧੀਆ ਨੇ। ਜਾਂ ਕੋਈ ਅਬਰੋਡ ਚਲਾ ਜਾਏ, ਉੱਥੇ ਦੀ ਧਿਆਨ 'ਚ ਆਉਂਦਾ ਕਿ ਵੀ ਇਸ ਸਾਈਡ ਤਾਇਵਾਨ ਜਾਂ ਇੱਧਰ ਜਾਵਾਂਗਾ, ਤੇ ਉਹ ਲੋਕ ਕਹਿੰਦੇ ਨੇ ਯਾਰ ਜਾ ਰਹੇ ਹਾਂ ਉੱਧਰ, ਤਾਂ ਮੇਰੇ ਵਾਸਤੇ ਇੱਕ ਕੋਈ ਇਲੈਕਟ੍ਰੋਨਿਕ ਦੀ ਚੀਜ਼ ਲਿਆਈ, ਮੋਬਾਈਲ ਲਿਆਈ ਮੇਰੇ ਵਾਸਤੇ, ਉੱਥੇ ਮੋਬਾਈਲ ਬੜੇ ਸਸਤੇ ਨੇ, ਕਹਿੰਦੇ ਹੀ ਆ। ਜਾਂ ਹੋਰ ਕਿਤੇ ਵੀ ਜਾਂਦਾ ਬੰਦਾ, ਕੋਈ ਯੂਰਪ ਸਾਈਡ ਜਾਂਦਾ, ਉੱਥੇ ਸੋਚ ਕੇ ਆਉਂਦਾ ਕਿ ਮੈਂ ਕੋਈ ਕੱਪੜਾ ਲਿਆਵਾਂਗਾ, ਉੱਥੇ ਕੱਪੜਾ ਬੜਾ ਵਧੀਆ। ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਜਦੋਂ ਨਿਕਲੇ ਨੇ ਨਾ ਯਾਤਰਾਵਾਂ 'ਤੇ ਆਪਣੀ, ਜਿੱਥੇ ਜਿੱਥੇ ਗਏ ਨੇ ਉੱਥੇ ਦੀ ਖਾਸ, ਜੇ ਬਨਾਰਸ ਗਏ ਨੇ ਤਾਂ ਉੱਥੇ ਕਬੀਰ ਸਾਹਿਬ ਨੂੰ ਲੈ ਕੇ ਆਏ, ਜੇ ਮਿਡਲ ਈਸਟ ਗਏ ਨੇ ਤਾਂ ਉੱਥੇ ਫਰੀਦ ਸਾਹਿਬ ਨੂੰ ਲੈ ਕੇ ਆਏ ਨੇ, ਜੇ ਮਹਾਰਾਸ਼ਟਰ ਸਾਈਡ ਗਏ ਨੇ ਉੱਥੇ ਭਗਤ ਨਾਮਦੇਵ ਜੀ ਲੈ ਆਏ, ਬੰਗਾਲ ਗਏ ਤੇ ਭਗਤ ਤ੍ਰਿਲੋਚਨ ਜੀ। ਮਤਲਬ ਜਿੱਥੇ ਜੋ ਬੈਸਟ ਚੀਜ਼ ਉੱਥੇ ਦੀ ਅਧਿਆਤਮਿਕਤਾ ਦੀ ਚੀਜ਼ ਸੀ ਨਾ, ਉਹ ਲੈ ਕੇ ਸਾਡੇ ਵਾਸਤੇ ਆਏ। ਉਹ ਗਿਆਨ
ਨਹੀਂ ਤੇ ਉਹ ਗਿਆਨ ਦਾ ਸਾਨੂੰ ਕੀ ਪਤਾ ਸੀ। ਇੱਕ ਭਗਤ ਤਰਲੋਚਨ ਜੀ ਕਿਸੇ ਪਿੰਡ ਦੇ ਵਿੱਚ ਜਾਂ ਭਗਤ ਰਾਮ ਜੀ ਵੀ ਕਿਸੇ ਇੱਕ ਛੋਟੇ ਜਿਹੇ ਕਿੱਤੇ ਦੇ ਵਿੱਚ ਬੈਠੇ ਹੋਏ ਸੀ, ਦੁਨੀਆ ਨੂੰ ਅੱਜ ਦੁਨੀਆ ਦੇ ਵਿੱਚ ਉਹਨਾਂ ਦੀ ਸਾਰੀ ਬਾਣੀ ਕਿੱਥੇ ਪਹੁੰਚ ਸਕਦੀ ਸੀ? ਪੋਸੀਬਲ ਹੀ ਨਹੀਂ ਸੀ। ਜੋ ਉਹਨਾਂ ਦੇ ਵਿਚਾਰ ਸੀ, ਜੋ ਉਹਨਾਂ ਦੀ ਸੋਚ ਸੀ, ਉਹ ਅੱਜ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੇ ਉੱਤੇ ਸਾਰੇ ਗਾ ਰਹੇ ਨੇ, ਦੁਨੀਆ ਦੇ ਵਿੱਚ ਪਹੁੰਚੀ ਹੋਈ ਹੈ। ਪੋਸੀਬਲ ਹੀ ਨਹੀਂ ਸੀ। ਔਰ ਗਿਆਨ ਸਭ ਤੋਂ ਵੱਡੀ ਸਿਰਫ ਬਾਣੀ ਦੀ ਗੱਲ ਨਹੀਂ ਹੈਗੀ, ਉਹ ਜਿਹੜੇ ਅੱਖਰ, ਜਿਹੜਾ ਇਸ ਜਗ੍ਹਾ ਦੇ ਲੋਕ, ਇਸ ਇਲਾਕੇ ਦੇ ਲੋਕ ਜਿਨ੍ਹਾਂ ਨੂੰ ਅੱਖਰਾਂ ਤੋਂ, ਪੜ੍ਹਾਈ ਤੋਂ, ਪੜ੍ਹਨ ਤੋਂ ਵਾਂਝਾ ਕੀਤਾ ਗਿਆ ਸੀ, ਉਹਨਾਂ ਵਾਸਤੇ ਉਹ ਇੱਕ ਲਿਖਤ ਰੂਪ ਦੇ ਵਿੱਚ, ਪੜ੍ਹਾਈ ਦੇ ਰੂਪ ਦੇ ਵਿੱਚ, ਗਿਆਨ ਦੇ ਰੂਪ ਦੇ ਵਿੱਚ, ਐਜੂਕੇਸ਼ਨ ਦੇ ਰੂਪ ਦੇ ਜਿਹੜੀ ਇਹ ਚੀਜ਼ ਆਈ ਨਾ, ਇਹ ਵਿਲੱਖਣ ਦੇਣ ਹੈ ਗੁਰੂ ਗ੍ਰੰਥ ਸਾਹਿਬ ਦੀ। ਨਹੀਂ ਤਾਂ ਪੜ੍ਹਨ ਦਾ ਤਾਂ ਹੱਕ ਹੀ ਨਹੀਂ ਕਿਸੇ ਨੂੰ। ਅੱਖਰ ਤੇ ਕੋਈ ਪੜ੍ਹਨਾ ਹੀ ਦਾ ਕਿਸੇ ਨੂੰ ਚਾਂਸ ਹੀ ਨਹੀਂ ਸੀ ਹੈਗਾ। ਸੋ ਇਹ ਸਭ ਤੋਂ ਵੱਡੀ ਦੇਣ ਗੁਰੂ ਸਾਹਿਬਾਂ ਦੀ, ਗੁਰਬਾਣੀ ਦੀ ਸਾਨੂੰ ਮਿਲਦੀ ਹੈ। ਅੱਜ ਸਭ ਤੋਂ ਜ਼ਿਆਦਾ ਜਿਹੜੀ ਸਾਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ, ਅਸੀਂ ਉੱਤੋਂ ਤੋਂ ਚੀਜ਼ਾਂ ਦੇਖ ਰਹੇ ਹਾਂ। ਗੁਲਾਮ ਬਣਾਉਣ ਦੀ ਜਿਹੜੀ ਸਭ ਤੋਂ ਵੱਡੀ ਮੁਹਿੰਮ ਛਿੜੀ ਹੋਈ ਨਾ, ਉਹਦੇ ਵਿੱਚ ਸਭ ਤੋਂ ਵੱਡੀ ਮੁਹਿੰਮ ਇਹੀ ਛਿੜੀ ਹੋਈ ਹੈ ਕਿ ਬੱਚਿਆਂ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਐਜੂਕੇਸ਼ਨ ਤੋਂ ਦੂਰ ਕੀਤਾ ਜਾਏ। ਸੈਂਕੜੇ ਸਕੂਲ ਬੰਦ ਹੋ ਗਏ ਨੇ ਅੱਜ। ਸਰਕਾਰੀ ਸਕੂਲਾਂ ਦਾ ਤਾਂ ਕੁਝ ਸਾਲਾਂ ਦੇ ਵਿੱਚ ਨਾਮੋ ਨਿਸ਼ਾਨ ਮਿਟਣ ਵਾਲਾ ਹੈ। ਅੱਜ ਸਤੰਬਰ 'ਚ ਆਏ ਹੋਏ ਸੀ, ਸਾਨੂੰ ਸਾਰਿਆਂ ਨੂੰ ਪਤਾ, ਅਸੀਂ ਜਦੋਂ ਪੜ੍ਹਦੇ ਹੋਏ ਸੀ ਸਕੂਲਾਂ ਕਾਲਜਾਂ ਦੇ ਵਿੱਚ, ਕਿ ਜੁਲਾਈ ਦੇ ਵਿੱਚ ਕਾਲਜ ਸ਼ੁਰੂ ਹੋ ਜਾਂਦੇ ਸੀ। ਜਿਹੜੀ ਹਾਇਰ ਐਜੂਕੇਸ਼ਨ ਹੈ ਜੁਲਾਈ ਦੇ ਵਿੱਚ ਸਟਾਰਟ ਹੋ ਜਾਂਦੀ ਸੀ, ਸਾਰਾ ਪ੍ਰੋਸੈਸ ਖਤਮ ਹੋ ਕੇ। ਮਾਰਚ ਅਪ੍ਰੈਲ ਦੇ ਵਿੱਚ ਰਿਜ਼ਲਟ ਆ ਗਏ 12ਵੀਂ ਦੇ, ਅਤੇ ਜੁਲਾਈ ਦੇ ਵਿੱਚ ਕਾਲਜ ਸਟਾਰਟ। ਅੱਜ ਸੈਪਟੈਂਬਰ ਹੋ ਗਿਆ, ਕਾਲਜ ਦੀ ਐਡਮਿਸ਼ਨ ਦੀ ਪ੍ਰੋਸੈਸ ਵੀ ਸਟਾਰਟ ਨਹੀਂ ਹੋਇਆ ਹਾਇਰ ਐਜੂਕੇਸ਼ਨ ਦਾ। ਤੁਸੀਂ ਦੇਖੋ ਕੀ ਹਾਲ ਹੋਣ ਵਾਲਾ ਅੱਗੇ ਆਉਣ ਵਾਲੀ ਜਨਰੇਸ਼ਨ ਦਾ। ਹਜੇ ਉਹਨਾਂ ਦਾ ਐਗਜ਼ਾਮ ਸਟਾਰਟ ਵੀ ਨਹੀਂ ਹੋਈ, ਉਹਨਾਂ ਦੀ ਕਦੋਂ ਐਗਜ਼ਾਮ ਦੇ ਹੋਣਗੇ, ਸੈਂਟਰਲਾਈਜ਼ ਐਗਜ਼ਾਮ ਨੇ, ਜਾਂ ਉਹਨਾਂ ਦੀ ਪ੍ਰੋਸੈਸ ਸਟਾਰਟ ਹੋਏਗੀ। ਪ੍ਰੋਸੈਸ ਤੋਂ ਬਾਅਦ ਉਹ ਲਿਸਟਾਂ ਬਣਨਗੀਆਂ, ਲਿਸਟਾਂ ਤੋਂ ਬਾਅਦ ਉਹ ਐਡਮਿਸ਼ਨਸ ਹੋਣਗੀਆਂ, ਐਡਮਿਸ਼ਨ ਤੋਂ ਬਾਅਦ ਉਹ ਕਲਾਸ ਸਟਾਰਟ ਹੋਏਗੀ। ਇਹ ਪੂਰਾ ਸਾਲ ਇੰਝ ਹੀ ਬੀਤਣ ਵਾਲਾ ਹੈ। ਉਹ ਜਿਹੜੇ ਪੜ੍ਹਨ ਵਾਲੇ ਨੇ ਉਹ ਫਿਕਰਾਂ 'ਚ ਪਏ ਹੋਏ ਨੇ, ਜਿਹੜੇ ਮੌਜ ਕਰਨ ਵਾਲੇ ਉਹ ਕਹਿੰਦੇ ਚੱਲ ਚੰਗਾ ਆ। ਲੇਕਿਨ ਇਹ ਸਾਰੀਆਂ ਦਾ ਜਿਹੜਾ ਆਉਣ ਵਾਲਾ ਹਾਲਾਤ ਨੇ, ਜਾਂ ਆਉਣ ਵਾਲਾ ਪੀਰੀਅਡ ਕੀ ਹੋਏਗਾ ਐਜੂਕੇਸ਼ਨ ਦਾ, ਔਰ ਉਸ ਐਜੂਕੇਸ਼ਨ ਘਾਟ ਦੇ ਵਿੱਚ ਆਉਣ ਵਾਲਾ ਸਮਾਂ ਕੀ ਹੋਏਗਾ, ਸਾਨੂੰ ਅੰਦਾਜ਼ਾ ਹੀ ਨਹੀਂ। ਉਹਦੇ ਦੇ ਪਿੱਛੇ ਕਿੰਨੀ ਵੱਡੀ ਕੌਨਸਪੀਰੇਸੀ ਚੱਲ ਰਹੀ ਹੈ, ਕਿੰਨੀ ਵੱਡੀ ਇੱਕ ਖੇਡ ਖੇਡੀ ਜਾ ਰਹੀ ਹੈ ਕਿ ਪੜ੍ਹਾਈ ਤੋਂ ਖਤਮ ਕਰਨਾ, ਗਿਆਨ ਤੋਂ ਖਤਮ ਕਰਨਾ, ਨੌਲੇਜ ਤੋਂ ਖਤਮ ਕਰਨਾ, ਐਜੂਕੇਸ਼ਨ ਤੋਂ ਖਤਮ ਕਰਨਾ, ਇਹ ਗੁਲਾਮ ਬਣਾਉਣ ਦੀ ਨਿਸ਼ਾਨੀਆਂ। ਔਰ ਇਹੀ ਹਾਲਾਤ ਉਦੋਂ ਸੀ ਜਦੋਂ ਗਿਆਨ ਤੋਂ ਵਾਂਝਾ ਰੱਖਿਆ ਗਿਆ ਸੀ। ਇਹ ਗੁਰੂ ਸਾਹਿਬਾਂ ਦੀ ਦੇਣ ਹੈ। ਅਸੀਂ ਉਹ ਗੱਲ ਹੀ ਨਹੀਂ ਕਰ ਪਾਏ ਦੁਨੀਆ ਦੇ ਵਿੱਚ, ਅਸੀਂ ਉਹ ਮੈਸੇਜ ਹੀ ਨਹੀਂ ਪਹੁੰਚਾ ਪਾਏ। ਔਰ ਮੱਥਾ ਟੇਕਣ ਵੇਲੇ ਵੀ ਨਾ, ਅਸੀਂ ਧਿਆਨ 'ਚ ਸਾਨੂੰ ਹੁੰਦਾ ਕਿ ਚਲੋ ਗੁਰੂ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ, ਲੇਕਿਨ ਐਕਚੁਅਲ ਦੇ ਵਿੱਚ ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ। ਉਸ ਨੌਲੇਜ ਨੂੰ, ਉਸ ਗਿਆਨ ਨੂੰ ਮੱਥਾ ਟੇਕਿਆ ਜਾਂਦਾ। ਗਿਆਨ ਮਤਲਬ ਚਾਨਣ। ਸਾਡੇ ਘਰਾਂ 'ਚ ਵੈਸੇ ਅੱਜ ਕੱਲ੍ਹ ਰਿਵਾਜ਼ ਘੱਟ ਗਿਆ, ਸ਼ਾਮ ਨੂੰ ਬੀਬੀਆਂ ਬਜ਼ੁਰਗ ਜਦੋਂ ਬੱਤੀ 'ਚ ਬਾਲਦੇ ਸੀ ਨਾ, ਦੀਵਾ ਬਾਲਦੇ ਸੀ, ਅਤੇ ਇਸ ਤਰ੍ਹਾਂ ਹੱਥ ਜੋੜ ਕੇ ਨਮਸਕਾਰ ਕਰਦੇ ਸੀ। ਉਹ ਨਮਸਕਾਰ ਕਿਹਨੂੰ ਹੁੰਦੀ ਸੀ? ਬੱਤੀ ਦੀਵੇ ਨੂੰ ਨਹੀਂ ਸੀ, ਚਾਨਣ ਨੂੰ। ਚਾਨਣ ਨੂੰ ਨਮਸਕਾਰ ਸੀ। ਕਿ ਹਨੇਰਾ ਜਿਹੜਾ ਨਾ, ਉਹ ਇੱਕ ਸੁਸਤੀ, ਇੱਕ ਬੇਚੈਨੀ, ਇੱਕ ਮਤਲਬ ਗਲਤ ਇੱਕ ਵਾਈਬਸ ਦਾ ਇੱਕ ਅੰਦੇਸ਼ਾ ਹੁੰਦਾ ਸੀ ਕਿ ਹਨੇਰੇ ਦੇ ਵਿੱਚ ਨਾ ਇੱਕ ਅਲੱਗ ਜਿਹਾ ਇੱਕ ਮਾਹੌਲ ਹੁੰਦਾ, ਬੇਰੁਖੀ ਦਾ ਮਾਹੌਲ ਹੁੰਦਾ, ਬੇਚੈਨੀ ਦਾ ਮਾਹੌਲ ਹੁੰਦਾ, ਅਤੇ ਚਾਨਣ ਹੋ ਜਾਂਦਾ ਅਤੇ ਖੇੜਾ ਆ ਜਾਂਦਾ। ਉਸ ਚਾਨਣ ਨੂੰ ਨਮਸਕਾਰ ਹੈ। ਅਤੇ ਗੁਰਬਾਣੀ ਇਸ ਜਗ ਮੈਂ ਚਾਨਣ। ਗੁਰਬਾਣੀ ਚਾਨਣ ਦਿੰਦੀ ਹੈ, ਗੁਰਬਾਣੀ ਗਿਆਨ ਦਿੰਦੀ ਹੈ, ਗੁਰਬਾਣੀ ਅੰਦਰ ਦਾ ਚਾਨਣ ਦਿੰਦੀ ਹੈ। ਇਹ ਗੱਲ ਵੱਖਰੀ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਉਵੇਂ ਪੜੇ। ਅਸੀਂ ਹੱਥ ਦੇ ਦੀਪ, ਸਾਡੇ ਕੋਲ ਗਿਆਨ ਹੁੰਦਾ, ਅਸੀਂ ਖੂਜ ਪੈ ਰਹੇ ਹਾਂ। ਫਿਰ ਹੱਥ ਦੇ ਸਾਰੀ ਨੌਲੇਜ ਹੁੰਦੀ ਹੋਈ ਵੀ, ਨੌਲੇਜ ਮਤਲਬ ਉਹ ਨੌਲੇਜ ਨਾ ਹੋਏ, ਲੇਕਿਨ ਅਸੀਂ ਉਹ ਪੜ੍ਹ ਸੁਣ ਕੇ ਆਏ ਹਾਂ, ਲੇਕਿਨ ਪਤਾ ਨਹੀਂ ਹੁੰਦਾ। ਪੜ੍ਹ ਕੇ ਆਏ ਹਾਂ, ਘਰ ਅਖੰਡ ਪਾਠ ਵੀ ਹੋਇਆ, ਪੜ੍ਹਦੇ ਵੀ ਹਾਂ, ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਹਾਂ। ਮਾਨੂ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਫਿਰ ਕਿਸੇ ਬਾਬੇ ਦੇ ਅੱਗੇ ਜਾ ਕੇ ਬਹਿ ਜਾਂਦੇ ਮੱਥਾ ਟੇਕਣ। ਪੜ੍ਹ ਕੇ ਆਏ ਹਾਂ, ਹਾਥ ਦੀਪ ਕੂਏ ਪਰ। ਘਰ ਬਾਰ ਤੇਰਾ ਪ੍ਰਵਾਸਾ ਪੜ੍ਹਦੇ ਹਾਂ, ਹੈ ਨਾ। ਹੋਰ ਵੀ ਕਈ ਸ਼ਬਦ ਹੈਗੇ ਨੇ ਸਾਡੇ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਮੀ, ਉਹਦੇ 'ਚ ਪੜ੍ਹਦੇ ਹਾਂ ਘਰ ਸੁਖ ਵਸਿਆ ਬਾਹਰ ਸੁਖ ਪਾਇਆ।
ਪਰ ਮਕਾਨ ਬਣਾਉਣ ਲੱਗੇ ਉੱਤੇ ਉਹ ਲਾ ਦਿੰਦੇ ਉਹ ਭੂਤ ਜਾਂ ਜੋ ਵੀ ਉਹਨੂੰ ਕਹਿੰਦੇ ਆ। ਸਾਰੀਆਂ ਚੀਜ਼ਾਂ ਅਸੀਂ ਆਪ ਕਰਦੇ ਹਾਂ ਨਾ। ਹਾਥ ਦੀਪ ਕਿਵੇਂ ਮਤਲਬ ਇਹ ਸਾਰੀਆਂ ਚੀਜ਼ਾਂ ਸਾਡੇ ਘਰਾਂ 'ਚ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ ਬੜਾ ਬੀਬੀਆਂ ਪੜ੍ਹਦੀਆਂ, ਲੇਕਿਨ ਇਹ ਸਾਰੀਆਂ ਚੀਜ਼ਾਂ ਦੁੱਖ ਲੱਗੇ ਨਾ ਪਾਈ ਚੌਗਿਰਦ ਹਮਾਰੇ ਰਾਮ ਕਾਰ ਕਰਦਾ ਵੀ ਬੱਚੇ ਨੂੰ ਟਿੱਕਾ ਅਤੇ ਕਾਲਾ ਧਾਗਾ ਨਾਲ ਨਾਲ ਬੰਨ੍ਹਿਆ ਜਾਂਦਾ। ਇਹਨੂੰ ਕਹਿੰਦੇ ਨੇ ਗੁਰਬਾਣੀ ਦੀ ਬੇਅਦਬੀ। ਬੇਅਦਬੀ ਉਹੀ ਨਹੀਂ ਹੁੰਦੀ ਜਿਹੜੀ ਅਸੀਂ ਦੇਖਦੇ ਹਾਂ ਵੀਡੀਓਜ਼ ਆ ਜਾਂਦੀਆਂ ਉਹਨਾਂ ਨੂੰ ਉਹ ਕਰ ਦਿੱਤਾ ਉਹ ਕਰਦਾ, ਸਿਰਫ ਉਹ ਨਹੀਂ ਹੈ, ਉਹ ਤਾਂ ਹੈ ਹੀ ਹੈ। ਲੇਕਿਨ ਗੁਰਬਾਣੀ ਪੜ੍ਹਦੇ ਹੋਏ ਘਰ 'ਚ ਅਖੰਡ ਪਾਠ ਰੱਖਦੇ ਹੋਏ ਸਾਰਾ ਕੰਮ ਕਰਦੇ ਹੋਏ ਜੇ ਇਹ ਕੰਮ ਵੀ ਨਾਲ ਨਾਲ ਚੱਲ ਰਿਹਾ, ਇਹਨੂੰ ਕਹਿੰਦੇ ਨੇ ਗੁਰਬਾਣੀ ਦੀ ਬੇਅਦਬੀ ਕਰਨਾ। ਕਬੀਰ ਸਾਹਿਬ ਕਹਿੰਦੇ ਕਮੀਰ ਸਮੁੰਦ ਨਾ ਛਾੜੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੀਏ ਕੋਈ। ਸਮੁੰਦ ਉਹਨੂੰ ਨਹੀਂ ਛੱਡਣਾ। ਸਮੁੰਦਰ ਕਦੀ ਸੁੱਕਦਾ ਨਹੀਂ ਹੈ, ਕਦੀ ਉਹਨੂੰ ਜਿੰਨੀ ਮਰਜ਼ੀ ਤਪਤ ਹੋ ਜਾਏ ਉੱਤੇ, ਜਿੰਨਾ ਮਰਜ਼ੀ ਸੂਰਜ ਚੜ੍ਹ ਜਾਏ, ਸਮੁੰਦਰ ਨਹੀਂ ਕਦੀ ਸੁੱਕਦਾ। ਤੇ ਜਿਹੜਾ ਛੱਪੜ ਨੇ ਜ਼ਰਾ ਜਿਹਾ ਪਾਣੀ ਖਲੋਤਾ ਗੰਦਲਾ ਹੋ ਗਿਆ, ਜ਼ਰਾ ਜਿਹਾ ਧੁੱਪ ਆਈ ਸੁੱਕ ਗਿਆ। ਬਸ ਇਹੀ ਹਾਲ ਹੈ ਜਿਹੜੇ ਅਸੀਂ ਜਿੱਥੇ ਜਿੱਥੇ ਮੱਥਾ ਟੇਕਦੇ ਹਾਂ, ਜ਼ਰਾ ਜਿਹਾ ਉਹਨਾਂ ਨੂੰ ਲਾਲਚ, ਜ਼ਰਾ ਜਿਹਾ ਉਹਨਾਂ ਨੂੰ ਕੋਈ ਚੀਜ਼ ਐਸੀ ਨਜ਼ਰ ਆਈ, ਕੋਈ ਕਾਮ ਦੀ, ਕੋਈ ਪੈਸੇ ਦੀ, ਕੋਈ ਪਦਵੀ ਦੀ, ਕੋਈ ਗੰਦਲੇ ਹੋ ਗਏ, ਪੋਖਰ ਸੁੱਕ ਗਏ। ਸੋ ਇਹ ਜਿਤਨੀ ਵੀ ਅਸੀਂ ਗੁਰਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ, ਕੇਵਲ ਅਤੇ ਕੇਵਲ ਅਸੀਂ ਉਸ ਕੰਨ ਰਸ ਤੱਕ ਨਾ ਰਹਿ ਜਾਈਏ। ਅਸੀਂ ਆਮ ਤੌਰ 'ਤੇ ਜਦੋਂ ਅਸੀਂ ਪ੍ਰੋਗਰਾਮ ਹੁੰਦਾ ਨਾ ਸਾਡੇ ਕੀਰਤਨ ਦਰਬਾਰ ਜਾਂ ਕਥਾ ਜਾਂ ਕੋਈ ਪ੍ਰੋਗਰਾਮ ਹੀ ਹੁੰਦਾ ਗੁਰਦੁਆਰਿਆਂ ਦੇ ਵਿੱਚ, ਅਸੀਂ ਪਹਿਲੇ ਪੋਸਟਰ ਦੇਖਦੇ ਹਾਂ, ਕਿਹੜੇ ਰਾਗੀ ਆ ਰਹੇ ਨੇ, ਆਵਾਜ਼ ਕਿਹੋ ਜਿਹੀ ਹੈ, ਧੁਨ ਕਿਹੋ ਜਿਹੀ। ਚਲੋ ਉਹ ਵੀ ਆਪਣੀ ਜਗ੍ਹਾ ਠੀਕ ਹੈ ਇੱਕ ਜਗ੍ਹਾ, ਲੇਕਿਨ ਉੱਥੇ ਜਾ ਕੇ ਕੇਵਲ ਧੁਨ ਹੀ ਸੁਣਦੇ ਰਹੀਏ, ਕੇਵਲ ਸਾਜ਼ ਹੀ ਸੁਣਦੇ ਰਹੀਏ। ਗੁਰਬਾਣੀ ਦੇ ਨਾਲ ਜਿਹੜੀ ਅਟੈਚਮੈਂਟ ਹੈ ਨਾ, ਉਹ ਇੱਕ ਵੱਖਰੀ ਚੀਜ਼ ਹੈ। ਉਹ ਫਿਰ ਜੇ ਅਸੀਂ ਧੁਨ ਸੁਣੀ ਨਾ, ਜਾਂ ਸਿਰਫ ਅਸੀਂ ਆਵਾਜ਼ਾਂ ਸੁਣੀਆਂ, ਜਾਂ ਸਿਰਫ ਰਾਗੀ ਨੂੰ ਸੁਣਿਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਅਸੀਂ ਤਾਂ ਫਿਰ ਗੀਤ ਹੀ ਸੁਣਨਗੇ, ਅਸੀਂ ਸਿਰਫ ਆਵਾਜ਼ ਹੀ ਸੁਣਨਗੇ, ਫਿਰ ਗੁਰਬਾਣੀ ਦੇ ਨਾਲ ਸਾਡਾ ਵਾਹ ਵਾਸਤਾ ਕੀ ਬਣਿਆ। ਨਾ ਇਹ ਗੀਤ ਹੈ ਪਰ ਨਾ ਹੀ ਇਹ ਮੰਤਰ ਹੈ। ਦੂਸਰਾ ਇੱਕ ਅਸੀਂ ਗੁਰਬਾਣੀ ਦੀ ਬੇਅਦਬੀ 'ਚ ਅਸੀਂ ਇਹ ਕੰਮ ਕਰਦੇ, ਗੁਰਬਾਣੀ ਨੂੰ ਮੰਤਰ ਦੀ ਤਰ੍ਹਾਂ, ਗੁਰਬਾਣੀ ਨੂੰ ਇਹ ਫਲਾਣਾ ਸ਼ਬਦ ਪੜ੍ਹ ਲਓ, ਇਹ ਕੰਮ ਕਰ ਲਓ, ਇੰਨੇ ਪਾਠ ਕਰ ਲਓ, ਇੰਨੀ ਵਾਲੀ ਨਾਮ ਜਪ ਲਓ, ਤੁਹਾਨੂੰ ਇਹ ਮਿਲ ਜਾਏਗਾ, ਪੁੱਤਰ ਦਾ ਵਿਆਹ ਹੋ ਜਾਏਗਾ, ਵੀਜ਼ਾ ਲੱਗ ਜਾਏਗਾ, ਕੋਈ ਮਕਾਨ ਬਣ ਜਾਏਗਾ, ਕਾਰੋਬਾਰ ਚੱਲ ਜਾਏਗਾ, ਬਿਮਾਰੀ ਦੂਰ ਹੋ ਜਾਏਗੀ। ਇਹ ਸਾਰੀਆਂ ਚੀਜ਼ਾਂ ਸਾਨੂੰ ਸਿਖਾਈਆਂ ਦੱਸੀਆਂ ਜਾਂਦੀਆਂ। ਪਰ ਜੇ ਗੁਰਬਾਣੀ ਸਾਨੂੰ ਮਤਲਬ ਕਿਸੇ ਨਾਲ ਸਵਾਲ ਕਰ, ਮਤਲਬ ਕਿਸੇ ਨੂੰ ਅੱਜ ਕੱਲ੍ਹ ਦੇ ਬੱਚਿਆਂ ਨਾਲ ਗੱਲ ਕਰੋ, ਸਾਨੂੰ ਤਾਂ ਉਹ ਸਵਾਲ ਕਦੀ ਸਾਡੇ ਜ਼ਿਹਨ 'ਚ ਹੀ ਨਹੀਂ ਆਏ। ਜੇ ਬੱਚੇ ਨੂੰ ਇਤਿਹਾਸ ਦਾ ਪਤਾ ਹੋਏ ਜਾਂ ਕਿਸੇ ਨੂੰ ਜਾਣਦਾ ਹੋਏ, ਉਹ ਕਹੇ ਜੇ ਬਿਮਾਰੀ ਦੂਰ ਕਰਦੀ ਹੈ, ਦਰਦ ਦੂਰ ਕਰਦੀ ਹੈ, ਦੁੱਖ ਦੂਰ ਕਰਦੀ ਹੈ, ਅਤੇ ਜਿਹੜਾ ਬੰਦਾ ਜਪਜੀ ਪੜ੍ਹ ਰਿਹਾ ਉਹਦੇ ਸਿਰ 'ਤੇ ਯਾਰਾ ਕਿਉਂ ਚੱਲ ਰਿਹਾ? ਫਿਰ ਉਹਨੂੰ ਤਾਂ ਨਹੀਂ ਚੱਲਣਾ ਚਾਹੀਦਾ। ਜਿਹੜਾ ਬਾਣੀ ਦਾ ਰਚਨਹਾਰ ਹੈ ਉਹ ਤੱਤੀ ਤਵੀ 'ਤੇ ਬੈਠਾ ਹੋਇਆ, ਇਹ ਸਵਾਲ ਤਾਂ ਆਏਗਾ ਨਾ ਫਿਰ ਸਾਡੇ 'ਤੇ। ਜੇ ਸਾਰੇ ਦੁੱਖ ਦੂਰ ਕਰਦੀ ਹੈ, ਜੇ ਸਾਰੇ ਬਿਮਾਰੀਆਂ ਦੂਰ ਕਰਦੀ ਹੈ, ਸਾਰੇ ਪ੍ਰੋਬਲਮ ਦਾ ਹੱਲ ਹੈ, ਅਤੇ ਫਿਰ ਇਹ ਕਿਉਂ ਹੈ? ਬਸ ਇਹ ਥੋੜ੍ਹੀ ਗੱਲ ਸਾਨੂੰ ਸਮਝਣ ਦੀ ਹੈਗੀ ਕਿ ਉਹ ਜਿਹੜੀ ਚੇਤਨਤਾ ਹੈ ਨਾ ਅਧਿਆਤਮਿਕਤਾ ਦੀ, ਜਿਹੜਾ ਉਹ ਜਜ਼ਬਾ ਹੈ, ਉਹ ਸਭ ਤੋਂ ਜ਼ਿਆਦਾ ਜਿਹੜੀ ਤਾਕਤ ਜਿਹੜੀ ਨਾ ਉਹ ਕਰਨ ਦੀ ਜਿਹੜੀ ਸ਼ਕਤੀ ਹੈ ਨਾ, ਸੁਰਤ ਦੀ ਗੱਲ, ਉਹ ਸੁਰਤ ਨੂੰ ਉੱਚੀਆਂ ਕਰਨ ਦੀ ਜਿਹੜੀ ਸ਼ਕਤੀ ਹੈ ਨਾ, ਉਹ ਸਾਨੂੰ ਗੁਰਬਾਣੀ ਦਿੰਦੀ ਹੈ। ਨਾ ਕਿ ਸਿਰਫ ਇਹ ਜਿਹੜੀਆਂ ਬਾਕੀ ਦੀ ਗੱਲਾਂ ਸੀ, ਇਹ ਸਿਰਫ ਇਹਨਾਂ ਤੱਕ ਜੁੜ ਕੇ ਰਹਿ ਗਏ ਜਾਂ ਸਾਨੂੰ ਜੋੜ ਦਿੱਤਾ ਗਿਆ। ਸੋ ਗੁਰੂ ਸਾਹਿਬਾਂ ਦੀ ਦੇਣ, ਮੈਂ ਅੱਜ ਹੀ ਗੱਲ ਕਰ ਰਿਹਾ ਸੀ ਕਿਤੇ ਕਿ ਜਦੋਂ ਅਸੀਂ ਪੜ੍ਹਦੇ ਹਾਂ ਨਾ ਗੁਰਬਾਣੀ, ਔਰ ਸਾਨੂੰ ਕੀ ਕੀ ਸਿਖਾਇਆ ਗਿਆ, ਕੀ ਕੀ ਪੜ੍ਹਾਇਆ ਗਿਆ, ਉਹ ਕਿਹੜਾ ਸਟਰਕਚਰ ਸਾਰਾ ਪੂਰਾ ਜਿਹੜਾ ਐਡਮਿਨਿਸਟ੍ਰੇਟਿਵ ਸਟਰਕਚਰ ਜਿਹੜਾ ਸਾਡੇ ਜਿਹਦੇ 'ਚ ਅਸੀਂ ਬਸ ਪੈ ਗਏ ਹਾਂ, ਪ੍ਰਧਾਨਗੀ ਦਾ ਜਾਂ ਦੂਜਿਆਂ ਦਾ ਸਾਰਾ, ਉਸ ਸਾਰਾ ਸਟਰਕਚਰ ਜਿਹੜਾ ਬਣ ਗਿਆ ਨਾ, ਉਸਨੇ ਸਾਰਾ ਵਿਗਾੜ ਕੀਤਾ। ਅਸੀਂ ਉਸਦੇ ਮਤਲਬ ਹੁਣ ਅਸੀਂ ਆਪ ਹੀ ਛੁੱਟ ਸਕਦੇ ਹਾਂ ਉਸ ਤੋਂ। ਸਾਡੇ ਕੋਲ ਸਭ ਕੋਲ ਈਚ ਇੰਡੀਵਿਜੂਅਲ ਕੋਲ ਤਾਕਤ ਹੈਗੀ ਹੈ ਜੇ ਅਸੀਂ ਕਰਨਾ ਚਾਹੀਏ ਤਾਂ, ਪਰ ਉਹ ਜਿਹੜੀ ਉਹ ਚੇਤਨਤਾ ਜਾਂ ਉਹ ਉਪਰਾਲਾ ਕਰਨ ਦੀ ਸਾਡੀ ਹਿੰਮਤ ਨਹੀਂ ਬਣਦੀ। ਵਰਨਾ ਜਿਤਨਾ ਕਥਾ ਕਹਾਣੀਆਂ ਔਰ ਜਿਹੜੇ
ਗੁਰਬਾਣੀ ਤੋਂ ਦੂਰ ਕਰਨ ਵਾਲੀਆਂ ਗੱਲਾਂ ਜਿਹੜੀਆਂ ਸਾਨੂੰ ਗੁਰਦੁਆਰਿਆਂ ਦੇ ਵਿੱਚੋਂ ਸਾਨੂੰ ਸੁਣਨ ਦੇਖਣ ਨੂੰ ਮਿਲਦੀਆਂ, ਸਾਰਾ ਉਸੇ ਕਾਰਨ ਹੈ। ਉਹਦਾ ਕਾਰਨ ਵੀ ਇਹੀ ਹੈ ਕਿ ਜਿਹੜੇ ਭਾਈ ਸਾਹਿਬ ਆਉਂਦੇ ਨੇ ਜਾਂ ਪ੍ਰਬੰਧਕ ਆਉਂਦੇ ਨੇ ਉਹ ਉਸ ਲੈਵਲ ਦੇ ਨਹੀਂ ਹੈਗੇ। ਜੇ ਬਾਬਾ ਬੁੱਢਾ ਜੀ ਨੂੰ ਅਸੀਂ ਕਹਿੰਦੇ ਨਾ ਪਹਿਲੇ ਗ੍ਰੰਥੀ ਥਾਪੇ ਗਏ, ਔਰ ਉਹ ਬੜੀ ਉੱਚੀ ਅਵਸਥਾ ਦੇ ਮਾਲਕ ਸੀ, ਬੜੀ ਚੱਜੀ ਔਰ ਸਟੀਕ ਢੰਗ ਦੇ ਨਾਲ ਉਹਨਾਂ ਨੇ ਪ੍ਰਚਾਰਕ ਸੀ, ਔਰ ਬਹੁਤ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ। ਜੇ ਬਾਬਾ ਬੁੱਢਾ ਜੀ ਉਸ ਟਾਈਮ ਪਹਿਲੇ ਮੁੱਖ ਗ੍ਰੰਥੀ ਥਾਪੇ ਗਏ, ਪਰ ਉਸ ਵੇਲੇ ਪ੍ਰਬੰਧਕ ਵੀ ਗੁਰੂ ਅਰਜਨ ਪਾਤਸ਼ਾਹ ਜੀ ਸਨ। ਇਹ ਵੀ ਸਮਝਣ ਦੀ ਗੱਲ ਹੈ ਨਾ। ਜੇ ਪ੍ਰਬੰਧਕ ਗੁਰੂ ਅਰਜਨ ਪਾਤਸ਼ਾਹ ਜੀ ਜਗ੍ਹਾ ਕੋਈ ਹੋਰ ਹੁੰਦਾ, ਪ੍ਰਿਥੀ ਚੰਦ ਵਰਗੇ, ਤੇ ਕੀ ਉਹਨਾਂ ਨੂੰ ਥਾਪਿਆ ਜਾਂਦਾ ਪਹਿਲਾਂ? ਤੇ ਜੇ ਅਸੀਂ ਪ੍ਰਬੰਧਕ ਅਸੀਂ ਸ਼ਰਾਬੀ ਬਣਾਏ ਹੋਏ ਨੇ, ਤੇ ਅਸੀਂ ਕੀ ਉਮੀਦ ਕਰਾਂਗੇ ਕਿ ਸਾਡੇ ਗ੍ਰੰਥੀ ਜਾਂ ਕਥਾਕਾਰ ਜਾਂ ਕੀਰਤਨੀ ਸਾਡੇ ਕੋਲ ਢੰਗ ਦੇ ਮਿਲਣਗੇ? ਢਾਂਚਾ ਕਿ ਤੁਸੀਂ ਸਟਰਕਚਰ ਦੇਖੋ ਨਾ ਕਿੱਥੇ ਦਾ ਕਿੱਥੇ ਵਿਗੜਿਆ ਹੋਇਆ। ਅਸੀਂ ਭਾਲਦੇ ਗੁਰੂ ਗ੍ਰੰਥੀ ਵਾਸਤੇ ਜਾਂ ਪਾਠੀ ਜਾਂ ਸੇਵਾਦਾਰ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਬਾਬਾ ਬੁੱਢਾ ਜੀ ਵਰਗੀ ਸ਼ਖਸੀਅਤ ਹੋਵੇ ਸਾਡੇ ਗੁਰਦੁਆਰੇ ਦੇ ਵਿੱਚ, ਤੇ ਪ੍ਰਬੰਧਕ ਗੁਰੂ ਅਰਜਨ ਪਾਤਸ਼ਾਹ ਜੀ ਵਰਗੇ ਹੈ ਨੇ ਸਾਡੇ ਕੋਈ ਨਜ਼ਰ ਆਉਂਦਾ? ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਦੀਆਂ। ਅਸੀਂ ਜੇ ਆਪ ਅਵੇਅਰ ਹੋਈਏ, ਆਪ ਉਸ ਨੂੰ ਢੰਗ ਨਾਲ ਸਮਝੀਏ ਗੁਰਬਾਣੀ ਕੀ ਹੈ, ਕੀ ਗੁਰੂ ਅਰਜਨ ਪਾਤਸ਼ਾਹ ਦੀ ਦੇਣ ਸੀ। ਸਿਰਫ ਪ੍ਰਬੰਧਕੀ ਗੁਰਦੁਆਰਿਆਂ ਦੀ ਗੱਲ ਨਹੀਂ ਸੀ ਹੈਗੀ। ਜੋ ਅੰਮ੍ਰਿਤਸਰ ਦੀ ਸ਼ਹਿਰ ਦੀ ਉਸਾਰੀ ਦੇਖੋ, ਕਦੀ ਪੂਰਾ ਸ਼ਹਿਰ ਅਸੀਂ ਘੁੰਮੀਏ ਨਾ ਤਾਂ ਪਤਾ ਲੱਗਦਾ, ਕਿਉਂਕਿ ਮੈਂ ਇੱਕ ਇਲਾਕੇ 'ਚ ਜਾਂਦਾ ਨਾ, ਉੱਥੇ ਕਿੱਤੇ ਬਣੇ ਹੋਏ ਨੇ ਕਿ ਅਸੀਂ ਤੁਸੀਂ ਸਟੇਸ਼ਨ ਤੋਂ ਉਤਰੋ ਨਾ ਜਾਂ ਬੱਸ ਅੱਡੇ ਉੱਤੋਂ, ਉਹਨੂੰ ਕੋਈ ਕਿੱਤਿਆਂ 'ਤੇ ਜਾਣਾ, ਉਹ ਤੁਹਾਨੂੰ ਦੇਖੋ ਕਿੱਥੇ ਲੱਗ ਜਾਂਦਾ, ਉਹ ਪੁੱਛੇਗਾ ਕਿਹੜੇ ਕਿੱਤਿਆਂ 'ਤੇ। ਸੁਨਿਆਰਿਆਂ ਦੇ ਅਲੱਗ ਕਿੱਤੇ ਨੇ, ਲੁਹਾਰਾਂ ਦੇ ਅਲੱਗ ਕਿੱਤੇ, ਉਹ ਅਲੱਗ ਬੰਦਿਆਂ ਦੇ ਉਹ ਪੂਰੇ ਇਲਾਕੇ ਵਸਾਏ ਸੀ ਉੱਥੇ। ਸਿਰਫ ਇਹ ਨਹੀਂ ਕਿ ਸਿਰਫ ਅਧਿਆਤਮਕਤਾ ਔਰ ਬਾਣੀ ਪੜ੍ਹਨ, ਕੰਮਕਾਰ ਔਰ ਕਾਰੋਬਾਰ ਔਰ ਇਹ ਸਾਰੀਆਂ ਚੀਜ਼ਾਂ ਵੀ ਗੁਰੂ ਸਾਹਿਬ ਨੇ ਨਾਲ ਉਸਾਰੀਆਂ। ਕਈ ਵਾਰੀ ਤੁਸੀਂ ਸੋਚੋ, ਹੁਣ ਦਰਬਾਰ ਸਾਹਿਬ ਹੈ, ਤੁਸੀਂ ਇੱਕ ਅੱਜ ਅਸੀਂ ਆਰਕੀਟੈਕਚਰਲ ਜਿਹੜੀ ਐਡਵਾਂਸਮੈਂਟ ਹੈ ਉਹ ਬੜੀ ਬਿਲਕੁਲ ਪੀਕ 'ਤੇ ਹੈ। क्या स्ट्रक्चर, क्या आलीशान कोठियाँ और बड़े स्ट्रक्चर और बिल्डिंगां क्या कमाल दियां बन रही अज की डेट है ना। और कई बार देखो कि घर दे विच तुसीं जिहड़ियां असीं इट्टां यूज़ करते हैं ना, लाल रंग दी इट्टां असीं घर बनदियां, इट्ट नूं लओ और एक टब दे विच ना तुसीं 1.5 इंच पानी पा लो। 4 इंच की इट्ट हुंदी है, 1.5 इंच पानी पा के ना उस इट्ट नूं डबो दिओ। कुछ ही मिनटां बाद देखोगे पूरी इट्ट जिहड़ी है वो सलाब भर जाएगा उत्ते, पूरा पानी जिहड़ी है वो, क्योंकि स्पंज की तरह ना वो पानी सोखदी इट्ट थल्लियों दी, तुसीं उत्तों ना भी पाओ, थल्लियों पानी जिहड़ा ना सलाब जिहड़ा चढ़ के ना पूरी इट्ट जिहड़ी तुहानूं थोड़ी देर बाद गिल्ली नज़र आएगी। ये अज दी टैकनीक है। वो किहड़ी टैकनीक गुरु साहब ने उस वेले अपनाई होएगी, सैकड़े साल हो गए ने अज वो स्ट्रक्चर जिहड़ा है दरबार साहब दा पानी दे विच खड़ा है। किहड़ा मटीरियल यूज़ किया होएगा, किहड़ा चूना या किस ढंग का उस टाइम से यूज़ किया होएगा, और किहड़े कारीगर उत्थे आए होणगे और किस तरह काम किया होएगा और किहड़ी टैकनीक अपनाई होगी उस वेले दी। ये देन है। सिर्फ ए गुरबाणी तो ही सोझी अगली मिलती है। असीं कहंदे गुरबाणी तो ही सारियां टैकनीक्स भी आंदियां, दिमाग जिहड़ा अवेयरनेस आंदी है ना दिमाग की, जिहड़ी खुलदा जदों दिमाग, तो सारियां चीज़ां नाल आंदियां, फिर टैकनीक्स आंदियां, टैक्नोलॉजी आंदी है, कारोबारी आंदी है, पैसा आंदा, सब कुछ इहदे नाल। लेकिन बेस सही है। जे यह नहीं है बाकी, और जो सच नहीं है ना, जिहदे कोल सच नहीं है उहदे वास्ते यह सारियां चीज़ां बेमानी कुछ नहीं है। लेकिन यह सारियां चीज़ां पाउण वास्ते, अपनाउण वास्ते सानू गुरबाणी की खोज आप करनी पैनी। असीं किसी ते डिपेंडेंट ना होईए। जे असीं चाहते हैं कुछ अपना सवारना, पहले तो अपना ही सवरदा, बाकी दुनिया बाद च। लेकिन जिन्हों पता लगता वो अगे भी कोई गल करता। तो भाई गुरदास जी की एक वार है, कहते ने ज्यों तो सगल निध पूरन समुंद बिखै, हंस मर जीवड़ा निश्चय प्रसाद पावई। कहते समुंदर च अथाह जिहड़ा खजाना पिया, पर जिहड़ा समुंदर के किनारे बैठा उन्होंने कुछ भी नहीं पता ना।
ਮਰਜੀਵੜਾ ਜਿਹੜਾ ਡੁੱਬੀ ਮਾਰੇਗਾ ਉਹ ਦੇਖ ਕੇ ਆਏਗਾ ਅੰਦਰ ਕੀ ਖਜ਼ਾਨਾ ਪਿਆ। ਅਗਲਾ ਉਦਾਹਰਣ ਦਿੰਦੇ ਨੇ, ਕਹਿੰਦੇ ਜਸ ਪਰਬਤ ਹੈ, ਦੂਰੋਂ ਅਸੀਂ ਦੇਖਦੇ ਨੇ ਪਹਾੜ ਹੈ, ਪਰ ਜਿਹਨੂੰ ਪਤਾ ਹੈ ਕਿ ਅੰਦਰ ਪਹਾੜ ਦੇ ਵਿੱਚ ਹੀਰਾ ਕਿੱਥੇ ਹੈ, ਮਾਣਕ ਕਿੱਥੇ ਹੈ, ਕਿੱਥੇ ਇਹਦੇ ਉਹ ਪੱਥਰ, ਕੀਮਤੀ ਪੱਥਰ ਕਿੱਥੇ ਛੁਪੇ ਨੇ, ਉਹਨੂੰ ਪਤਾ, ਉਹੀ ਲੱਭ ਸਕਦਾ। ਫਿਰ ਕਹਿੰਦੇ ਨੇ ਜਿਸ ਤਰ੍ਹਾਂ ਜੰਗਲ ਹੈ, ਜੰਗਲ ਦੇ ਬਾਹਰੋਂ ਦੇਖਿਆ ਕੋਈ ਪੁੱਛੇ ਜੰਗਲ 'ਚ ਕੀ ਕਹਿਣਗੇ, ਕੰਡਿਆਲੇ ਪੇੜ ਨੇ, ਹਨੇਰਾ ਹੈ, ਗੁੱਪ ਹੈ, ਜਾਨਵਰ ਨੇ, ਖਤਰਾ ਹੈ, ਹੋਰ ਕੀ ਅੰਦਰ। ਪਰ ਜਿਹੜਾ ਖੋਜੀ ਬੰਦਾ ਉਹਨੂੰ ਉਹ ਸੁੰਘ ਕੇ ਪਤਾ ਲੱਗ ਜਾਂਦਾ ਕਿ ਕਿੱਥੇ ਚੰਦਨ ਦਾ ਪੇੜ ਕਿੱਥੇ ਹੈਗਾ ਕੀਮਤੀ, ਉਹਨੂੰ ਖੁਸ਼ਬੂ ਤੋਂ ਪਤਾ ਲੱਗਦਾ ਕਿਹੜੇ ਪਾਸੇ ਹੈਗਾ। ਇਸੇ ਤਰ੍ਹਾਂ ਕਹਿੰਦੇ ਗੁਰਬਾਣੀ ਦੀ ਵਿੱਚ ਬਹੁਤ ਖਜ਼ਾਨਾ ਪਿਆ, ਲੇਕਿਨ ਜਿਹੜਾ ਲੱਭਣ ਵਾਲਾ ਨਾ ਉਹ ਲੱਭਦਾ, ਬਾਕੀ ਤਾਂ ਸਿਰ ਮੱਥਾ ਟੇਕ ਕੇ ਚਲੇ। ਸੇਵਕ ਸਖ ਪੂਜਨ ਸਭ ਆਵੇ, ਸਭ ਗਾਵੇ ਆਵੇ ਉੱਤਮ ਬਾਣੀ। ਕਹਿੰਦੇ ਨੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦ ਵਿਖੇ, ਹੰਸ ਮਰ ਜੀਵੜਾ ਨਿਚੇ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕਹਿ, ਸੁਬਾਸ ਸੁਬਸ ਬਿਕ ਸਾਵੀ, ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜਿਉਂ ਜਿਉਂ ਖੋਜੇ ਸੋਈ ਸੋਈ ਨਿਪ ਜਾਵੇ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜੋ ਇਹ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਸ ਪ੍ਰਕਾਸ਼ ਪੁਰਬ 'ਤੇ ਮਨਾਇਆ ਸਾਡਾ ਤਾਂ ਹੀ ਸਫਲ ਹੈ ਜੇ ਅਸੀਂ ਗੁਰਬਾਣੀ ਨੂੰ ਆਪ ਖੋਜ ਕੇ, ਆਪ ਪੜ੍ਹ ਕੇ, ਆਪ ਕੋਈ ਉਹਦੀ ਲਾਭ ਲਈਏ ਉਹਦੇ ਤੋਂ ਖੋਜ ਦਾ, ਅਤੇ ਉਸ ਗਿਆਨ ਦਾ ਲਾਭ ਸਾਨੂੰ ਵੀ ਮਿਲੇਗਾ ਅਤੇ ਉਸ ਅੱਗੇ ਵੀ ਅਸੀਂ ਕਿਸੇ ਨੂੰ ਕਹਿਣ ਲਾਇਕ ਹੋਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।